I'm Amandeep Kaur, Star Director from Banga. So आज ਦਾ ਆਪਣਾ ਸੈਸ਼ਨ ਹੈ ਐਗਰੀਕਲਚਰ ਦੇ ਪ੍ਰੋਡਕਟਸ ਨਾਲ ਰਿਲੇਟਡ। ਸੋ ਐਗਰੀਕਲਚਰ ਦੀ ਬਦੌਲਤ ਹੀ ਜੇ ਅੱਜ ਆਪਾਂ ਜਿੰਦਾ ਹਾਂ, ਪਰ ਨਾਲ ਬਹੁਤ ਸਾਰੀਆਂ ਬਿਮਾਰੀਆਂ ਵੀ ਆਪਣੇ ਨਾਲ ਸਮੇਟੀ ਬੈਠੀਆਂ, ਕਿਉਂਕਿ ਐਗਰੀਕਲਚਰ ਦੇ ਪ੍ਰੋਡਕਟਸ ਜਾਨੀ ਕਿ ਸਾਡਾ ਖਾਣ ਪੀਣ ਜੋ ਵੀ ਅਸੀਂ ਖਾਂਦੇ ਆ ਉਹਨਾਂ ਦੇ ਵਿੱਚ ਬਹੁਤ ਸਾਰਾ ਕੈਮੀਕਲ ਜਿਹੜਾ ਆ ਉਹ ਐਡ ਹੋ ਜਾਂਦਾ ਆ। ਜਦੋਂ ਕਿ ਫਸਲ ਦੀ ਉਪਜ ਵਧਾਉਣ ਵਾਸਤੇ ਉੱਥੇ ਦੂਜਾ ਆਪਾਂ ਕੋਈ ਵੀ ਖਾਦ ਦਵਾਈ ਸਪਰੇ ਪਾਉਂਦੇ ਆ ਤੇ ਉਹਦਾ ਕੀ ਆ, ਉਹ ਸਾਡੇ ਅਨਾਜ ਦੇ ਵਿੱਚ ਉਹ ਜਿਹੜਾ ਜ਼ਹਿਰ ਆ ਉਹ ਆ ਜਾਂਦਾ ਆ। ਸੋ ਉਸੇ ਜ਼ਹਿਰ ਨੂੰ ਅਸੀਂ ਖਾ ਕੇ ਲਗਾਤਾਰ ਬਿਮਾਰ ਹੋ ਰਹੇ ਹਾਂ। ਬਹੁਤ ਜ਼ਿਆਦਾ ਆਪਣੇ ਵੱਲੋਂ ਅਸੀਂ ਪੌਸ਼ਟਿਕ ਖਾਣਾ ਖਾਂਦੇ ਆ, ਬਟ ਉਸ ਦੇ ਬਾਵਜੂਦ ਵੀ ਅਸੀਂ ਬਿਮਾਰੇ ਨੇ, ਬਿਕੋਜ਼ ਅਸੀਂ ਪੌਸ਼ਟਿਕ ਤੱਤ ਘੱਟ ਔਰ ਜ਼ਹਿਰ ਜਿਹੜਾ ਆ ਉਹ ਜ਼ਿਆਦਾ ਲੈ ਰਹੇ ਹਾਂ। ਸੋ ਇਸ ਚੀਜ਼ ਨੂੰ ਧਿਆਨ ਦੇ ਵਿੱਚ ਰੱਖਦੇ ਹੋਏ ਵੈਸਟੀਜ਼ ਸਾਡੇ ਲਈ ਐਗਰੀਕਲਚਰ ਦੇ ਪ੍ਰੋਡਕਟਸ ਲੈ ਕੇ ਆਏ ਆ, ਜਿਨ੍ਹਾਂ ਦੇ ਥਰੂ ਅਸੀਂ ਆਪਣੀ ਜ਼ਮੀਨ ਨੂੰ, ਆਪਣੀ ਫਸਲ ਨੂੰ ਆਰਗੈਨਿਕ ਕਰ ਸਕਦੇ ਹਾਂ, ਖੁਦ ਬਿਮਾਰੀਆਂ ਚੋਂ ਨਿਕਲ ਸਕਦੇ ਹਾਂ ਤੇ ਆਪਣੀ ਆਉਣ ਵਾਲੀ ਜਨਰੇਸ਼ਨ ਆ ਜਿਹੜੀ ਉਹਨਾਂ ਨੂੰ ਵੀ ਇਸ ਜ਼ਹਿਰ ਤੋਂ ਮੁਕਤ ਕਰਕੇ ਤੰਦਰੁਸਤ ਰੱਖ ਸਕਦੇ ਹਾਂ। ਸੋ ਇਹਦੇ ਵਿੱਚ ਆਪਣੇ ਕੋਲ ਜਿਹੜੇ ਪ੍ਰੋਡਕਟਸ ਆ ਉਹਨਾਂ ਬਾਰੇ ਆਪਾਂ ਗੱਲ ਕਰਾਂਗੇ। ਸੋ ਆਪਣੀ ਜ਼ਮੀਨ ਨੂੰ ਜਿੱਦਾਂ ਬਹੁਤ ਸਾਰੇ ਉਪਜਾਊ ਜਿਹੜੇ ਤੱਤ ਚਾਹੀਦੇ ਹੁੰਦੇ ਨੇ, ਸੋ ਨੀਅਰ ਅਬਾਊਟ 16-17 ਤੱਤ ਚਾਹੀਦੇ ਹੁੰਦੇ ਨੇ। ਜਦੋਂ ਉਹ ਘਾਟ ਆ ਜਾਂਦੀ ਹੈ ਜ਼ਮੀਨ ਦੇ ਵਿੱਚ ਤੇ ਫਿਰ ਆਪਾਂ ਬਾਹਰੋਂ ਜਿਹੜੇ ਆ ਉਹ ਕੈਮੀਕਲ ਜ਼ਹਿਰ ਦਵਾਈਆਂ ਖਾਦਾਂ ਪਾਉਂਦੇ ਆ। ਸੋ ਉਹਨਾਂ ਨੂੰ ਸਾਈਡ ਤੇ ਰੱਖ ਕੇ ਜੇਕਰ ਆਪਾਂ ਵੈਸਟੀਜ਼ ਦੇ ਜਿਹੜੇ ਬਿਲਕੁਲ ਸ਼ੁੱਧ ਆਰਗੈਨਿਕ ਪ੍ਰੋਡਕਟਸ ਆ ਜਿਹੜੇ ਉਹਨਾਂ ਨੂੰ ਯੂਜ਼ ਕਰਦੇ ਆ ਤਾਂ ਉਹਨਾਂ ਦੇ ਨਾਲ ਆਪਣੀ ਫਸਲ ਜਿਹੜੀ ਆ ਆਰਗੈਨਿਕ ਹੋ ਜਾਂਦੀ ਆ। ਸੋ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਣੇ ਲਈ ਐਗਰੀ ਬਾਇਓ ਫੰਗੀਸਾਈਡ ਆ। ਐਗਰੀ ਬਾਇਓ ਫੰਗੀਸਾਈਡ ਕੀ ਕੰਮ ਕਰਦਾ ਆ ਕਿ ਸਾਡੀ ਜ਼ਮੀਨ ਦੇ ਵਿੱਚ ਜਾਂ ਮੌਸਮ ਦੇ ਵਿੱਚ ਜਦੋਂ ਜ਼ਿਆਦਾ ਨਮੀ ਰਹਿੰਦੀ ਆ ਨਾ, ਉਹਦੇ ਨਾਲ ਫੰਗਸ ਆ ਜਾਂਦੀ ਆ ਤੇ ਫੰਗਸ ਫਿਰ ਪਲਾਂਟਸ ਦੇ ਅੰਦਰ ਇੱਕ ਬੈਕਟੀਰੀਆ ਪੈਦਾ ਕਰ ਦਿੰਦੀ ਆ ਤੇ ਉਹ ਬੈਕਟੀਰੀਆ ਹੌਲੀ ਹੌਲੀ ਪਲਾਂਟਸ ਨੂੰ ਅੰਦਰੋਂ ਤੇ ਬਾਹਰੋਂ ਜਿਹੜਾ ਆ ਉਹ ਡੈਮੇਜ ਕਰਨਾ ਸ਼ੁਰੂ ਕਰ ਦਿੰਦਾ ਆ। ਸੋ ਮਾਰਕੀਟ ਦੇ ਵਿੱਚ ਜਿਹੜੇ ਆ ਫੰਗੀਸਾਈਡ ਬਹੁਤ ਸਾਰੇ ਆਉਂਦੇ ਨੇ ਜਿਨ੍ਹਾਂ ਦਾ ਅਸਰ ਜਿਹੜਾ ਨੀਅਰ ਅਬਾਊਟ 10 ਤੋਂ 15 ਦਿਨ ਤੱਕ ਰਹਿੰਦਾ ਆ। ਸੋ ਇਸੇ ਚੀਜ਼ ਨੂੰ ਧਿਆਨ 'ਚ ਰੱਖ ਕੇ ਵੈਸਟੀਜ਼ ਨੇ ਐਗਰੀ ਬਾਇਓ ਫੰਗੀਸਾਈਡ ਨੂੰ ਤਿਆਰ ਕੀਤਾ ਹੈ, ਜਿਹਦਾ ਅਸਰ ਨੀਅਰ ਅਬਾਊਟ 40 ਦਿਨ ਤੱਕ ਰਹਿੰਦਾ ਆ। ਸੋ ਇਹ ਫੰਗੀਸਾਈਡ ਦਾ ਇੱਕ ਯੂਨੀਕ ਤੇ ਐਡਵਾਂਸਡ ਫਾਰਮੂਲੇਸ਼ਨ ਆ। ਇਹ ਜੜ ਵਿੱਚ ਬਹੁਤ ਤੇਜ਼ੀ ਨਾਲ ਮਿਲਦਾ ਆ, ਪਲਾਂਟਸ ਦੀ ਜੜ ਦੇ ਅੰਦਰ, ਤੇ ਐਂਟੀਬਾਇਓਟਿਕਸ ਪ੍ਰੋਡਿਊਸ ਕਰਦਾ ਆ, ਜਿਹਦੇ ਨਾਲ ਪੈਥੋਜੈਂਸ ਨੂੰ ਇਹ ਮਾਰਦਾ ਆ। ਜਿਹੜੇ ਜਿੰਨੇ ਵੀ ਜ਼ਮੀਨ ਦੇ ਵਿੱਚ ਪਲਾਂਟਸ ਦੀਆਂ ਜੜ੍ਹਾਂ ਦੇ ਵਿੱਚ ਜਿਹੜੇ ਵਾਇਰਸ ਬੈਕਟੀਰੀਆ ਹੁੰਦਾ ਆ ਉਹਨੂੰ ਇਹ ਖਤਮ ਕਰਦਾ ਆ। ਆਰਗੈਨਿਕ ਐਗਰੀਕਲਚਰ ਦੇ ਵਿੱਚ ਇਹ ਸਾਡੀ ਬਹੁਤ ਜ਼ਿਆਦਾ ਹੈਲਪ ਕਰਦਾ ਆ ਆਪਣੀ ਜ਼ਮੀਨ ਨੂੰ, ਆਪਣੀ ਖੇਤੀ ਨੂੰ ਆਰਗੈਨਿਕ ਕਰਨ ਵਾਸਤੇ। ਇਹਦੇ ਵਿੱਚ ਵੈਜੀਟੇਟਿਵ ਸੈਲਸ ਹੁੰਦੇ ਆ ਜਿਹੜੇ ਫੰਗਸ ਨੂੰ ਹੋਰ ਵਧਣ ਤੋਂ ਰੋਕਦੇ ਆ ਤੇ ਮੈਟਾਬੋਲਿਜ਼ਮ ਦਾ ਜਿਹੜਾ ਕੰਮ ਕਰਦੇ ਨੇ। ਸੋ ਇਹਨੂੰ ਤਿਆਰ ਕਰਨ ਦਾ ਜਿਹੜਾ ਮੈਥਡ ਆ ਇਹ ਮਾਰਕੀਟ ਦੇ ਬਾਕੀ ਪ੍ਰੋਡਕਟਸ ਨਾਲੋਂ ਬਹੁਤ ਹੀ ਸੁਪੀਰੀਅਰ ਤੇ ਹਾਈ ਲੈਵਲ ਆ। ਇਹ ਕ੍ਰੌਪਸ ਦੀ ਕੁਆਲਿਟੀ ਤੇ ਕੁਆਂਟੀਟੀ ਨੂੰ ਵਿਦਆਊਟ ਡਿਸੀਜ਼ਸ ਜਿਹੜਾ ਆ ਵਧਾਉਂਦਾ ਆ। ਇਕੋ ਫ੍ਰੈਂਡਲੀ ਆ, ਸੋਇਲ ਦੇ ਇਕੋਲੋਜੀਕਲ ਬੈਲੈਂਸ ਨੂੰ ਮੇਨਟੇਨ ਰੱਖਦਾ ਹੈ। ਸੋ এনवायरमेंट ਲਈ ਹਾਰਮਲੈਸ ਆ ਤੇ ਰੈਸੀਡਿਊ ਪ੍ਰੋਬਲਮਸ ਨੂੰ ਕ੍ਰੀਏਟ ਨਹੀਂ ਹੋਣ ਦਿੰਦਾ। ਜਿੱਦਾਂ ਕਿ ਆਪਾਂ ਪਹਿਲਾਂ ਗੱਲ ਕੀਤੀ ਕਿ ਇਹਦਾ ਜਿਹੜਾ ਰਿਜ਼ਲਟ ਆ ਇਹ ਨੀਅਰ ਅਬਾਊਟ 40 ਦਿਨ ਤੱਕ ਰਹਿੰਦਾ ਆ। ਜਦੋਂ ਆਪਾਂ ਕੋਈ ਵੀ ਫੰਗਸ ਦੀ ਸਪਰੇ ਦਵਾਈ ਕੋਈ ਵੀ ਆਪਾਂ ਚੀਜ਼ ਕਰਦੇ ਆ, ਪ੍ਰੋਡਕਟਸ ਪਾਉਂਦੇ ਆ, ਤੇ ਉਹਦੇ ਨਾਲ ਕੀ ਹੁੰਦਾ ਕਿ ਥੋੜੇ ਦਿਨਾਂ ਦੇ ਵਿੱਚ ਉਹ ਬੈਕਟੀਰੀਆ ਪੂਰਾ ਖਤਮ ਨਹੀਂ ਹੁੰਦਾ ਤੇ ਉਸ ਪ੍ਰੋਡਕਟ ਦਾ ਰਿਜ਼ਲਟ ਖਤਮ ਹੋ ਜਾਂਦਾ ਆ ਥੋੜੇ ਦਿਨਾਂ ਦੇ ਵਿੱਚ, ਤੇ ਜਿਹੜੀ ਫੰਗਸ ਆ ਉਹ ਦੁਬਾਰਾ ਤੋਂ ਸਟਾਰਟ ਹੋ ਜਾਂਦੀ ਆ। ਬਟ ਇੱਥੇ ਜਦੋਂ ਕਿ ਐਗਰੀ ਬਾਇਓ ਫੰਗੀਸਾਈਡ ਦਾ ਜਿਹੜਾ ਰਿਜ਼ਲਟ ਆ ਇਹ 40 ਦਿਨ ਤੱਕ ਰਹਿੰਦਾ ਆ ਤੇ ਉਹਦੇ ਵਿੱਚ ਕੀ ਹੁੰਦਾ ਹੈ ਕਿ ਫੰਗਸ ਬਿਲਕੁਲ ਖਤਮ ਹੋ ਜਾਂਦੇ ਆ ਤੇ ਇਹ ਦੁਬਾਰਾ ਤੋਂ ਫੰਗਸ ਆਉਣ ਨਹੀਂ ਦਿੰਦੇ ਆਪਣੇ ਪਲਾਂਟਸ ਦੇ ਵਿੱਚ। ਸੋ ਕ੍ਰੌਪਸ ਨੂੰ ਇਹ ਉਹਨਾਂ ਨੂੰ ਬਿਮਾਰੀਆਂ ਤੋਂ ਬਚਾ ਕੇ ਰੱਖਦਾ ਆ। ਉਹਨਾਂ ਦੀ ਜਿਹੜੀ ਪਲਾਂਟਸ ਆ ਸਾਡੇ ਉਹਨਾਂ ਦੀ ਗਰੋਥ ਦੇ ਵਿੱਚ ਵਾਧਾ ਕਰਦਾ ਆ। ਸੀਡ ਜਰਮੀਨੇਸ਼ਨ ਦੇ ਵਿੱਚ ਵੀ ਬਹੁਤ ਜ਼ਿਆਦਾ ਹੈਲਪ ਕਰਦਾ ਆ। ਬੀਜ ਨੂੰ ਪੁੰਗਰਨ ਦੇ ਵਿੱਚ ਜਦੋਂ ਆਪਾਂ ਬਾਇਓ ਫੰਗੀਸਾਈਡ ਦੇ ਵਿੱਚ ਬੀਜ ਨੂੰ ਸੋਧ ਕੇ ਬੀਜਦੇ ਆ ਤੇ ਉਹਦੇ ਨਾਲ ਇਸ ਤਰ੍ਹਾਂ ਨਹੀਂ ਹੁੰਦਾ ਕਿ ਤੁਹਾਡੇ ਬੀਜ ਜਿਹੜੇ ਆ ਉਹਦੇ ਵਿੱਚੋਂ ਕੁਝ ਬੀਜ ਜਿਹੜੇ ਆ ਵੈਸੇ ਨਾਰਮਲ ਜਦੋਂ ਆਪਾਂ ਜਿਹੜੇ ਬੀਜ ਬੀਜਦੇ ਆ ਉਹਨਾਂ ਦੇ ਵਿੱਚੋਂ ਕਾਫੀ ਸਾਰੇ ਬੀਜ ਜਿਹੜੇ ਆ ਉਹ ਪੁੰਗਰਦੇ ਨਹੀਂ ਹੈਗੇ।
ਬਟ ਜਦੋਂ ਆਪਾਂ ਬਾਇਓਫੰਗੀਸਾਈਡ ਦੇ ਵਿੱਚ ਇਹਨਾਂ ਬੀਜਾਂ ਨੂੰ ਸੋਧ ਕੇ ਬੀਜਦੇ ਆ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਹਰ ਇੱਕ ਬੀਜ ਜਿਹੜਾ ਆ ਉਹ ਪੁੰਗਰਦਾ ਆ, ਬੀਜ ਨੂੰ ਪੁੰਗਰਨ ਦੇ ਵਿੱਚ ਇਹ ਬਹੁਤ ਜ਼ਿਆਦਾ ਹੈਲਪ ਕਰਦਾ ਆ। ਸੋ ਇਹਨੂੰ ਆਪਾਂ ਯੂਜ਼ ਕਰਨ ਦੀ ਜੇ ਗੱਲ ਕਰੀਏ ਕਿ ਜੇਕਰ ਸਾਡੀ ਜ਼ਮੀਨ ਦੇ ਵਿੱਚ ਬਹੁਤ ਜ਼ਿਆਦਾ ਫੰਗਸ ਆ ਔਰ ਅਸੀਂ ਆਪਣੀ ਜ਼ਮੀਨ ਦੇ ਵਿੱਚੋਂ ਫੰਗਸ ਨੂੰ ਖਤਮ ਕਰਨਾ ਚਾਹੁੰਦੇ ਆ ਤੇ ਉੱਥੇ ਕੀ ਕਰ ਸਕਦੇ ਆ, ਅਸੀਂ 2 ਕਿਲੋ ਬਾਇਓਫੰਗੀਸਾਈਡ ਨੂੰ 100 ਕਿਲੋ ਪੁਰਾਣੇ ਗੋਬਰ ਚ ਜਾਨੀ ਕਿ ਨੀਅਰ ਅਬਾਊਟ 2 ਤੋਂ 3 ਸਾਲ ਪੁਰਾਣਾ ਜਿਹੜਾ ਹੋਵੇ ਉਹਦੇ ਵਿੱਚ ਮਿਲਾ ਕੇ ਆਪਣੇ ਖੇਤ ਦੇ ਵਿੱਚ ਉਹਨੂੰ ਵੀ ਖੇਰ ਸਕਦੇ ਆ, ਛਿੱਟਾ ਦੇ ਸਕਦੇ ਆ ਤੇ ਉਸ ਤੋਂ ਬਾਅਦ ਤੁਰੰਤ ਉਹਦੀ ਬਹਾਈ ਕਰ ਦਿੰਦੇ ਆ। ਸੋ ਜੇਕਰ ਇਹਦੇ ਵਿੱਚ ਆਪਾਂ ਬੀਜ ਨੂੰ ਸੋਧਣਾ ਆ ਤੇ ਉਹਦੇ ਲਈ ਆਪਾਂ 1 ਕਿਲੋ ਬੀਜ ਲਈ 10 ਗ੍ਰਾਮ ਬਾਇਓਫੰਗੀਸਾਈਡ ਆ, ਜਿਹਦੇ ਨਾਲ ਵਿੱਚ ਇਹਦੇ ਵਿੱਚ ਆਪਾਂ ਐਗਰੀ 82 ਮਿਲਾ ਕੇ, ਕਿਉਂਕਿ ਫੰਗੀਸਾਈਡ ਜਿਹੜਾ ਇੱਕ ਪਾਊਡਰ ਫਾਰਮ ਦੇ ਵਿੱਚ ਆ, ਸੋ ਇਹਦੇ ਵਿੱਚ ਆਪਾਂ ਐਗਰੀ 82 ਮਿਲਾ ਸਕਦੇ ਆ ਤੇ ਮਿਲਾ ਕੇ ਬੀਜ ਨੂੰ ਸੋਧ ਕੇ ਉਹਦੇ ਵਿੱਚ ਲਗਾ ਕੇ ਇਹ ਦੋਨੋਂ ਪ੍ਰੋਡਕਟ ਤੇ ਇਹਨੂੰ ਛਾਂ ਦੇ ਵਿੱਚ ਸੁਕਾ ਕੇ ਨੀਅਰ ਅਬਾਊਟ 2 ਤੋਂ 3 ਘੰਟੇ ਦੇ ਵਿੱਚ ਆਪਾਂ ਇਹਦੀ ਬਿਜਾਈ ਕਰ ਸਕਦੇ ਆ। ਸੋ ਇਹਦੇ ਵਿੱਚ ਆਪਾਂ ਰੂਟ ਟਿਪਿੰਗ ਵੀ ਕਰ ਸਕਦੇ ਆ ਕਿ ਕੁਝ ਸਾਡੇ ਇਹੋ ਜਿਹੀਆਂ ਫਸਲਾਂ ਜਿਨ੍ਹਾਂ ਦੀ ਪਨੀਰੀ ਲੱਗਦੀ ਆ, ਸੋ ਉਹਨਾਂ ਨੂੰ ਵੀ ਆਪਾਂ ਜੇ ਗੱਲ ਕਰੀਏ ਤੇ ਨੀਅਰ ਅਬਾਊਟ 10 ਤੋਂ 15 ਗ੍ਰਾਮ ਇਹ ਲੈ ਕੇ 1 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਆਪਾਂ ਜੋ ਵੀ ਜਿਹੜੀ ਪਨੀਰੀ ਹੁੰਦੀ ਆ ਉਹਨੂੰ ਇਹਦੇ ਵਿੱਚ ਡੁਬੋ ਕੇ ਤੇ ਨੀਅਰ ਅਬਾਊਟ 5 ਤੋਂ 10 ਮਿੰਟ ਡੁਬੋ ਕੇ ਰੱਖ ਸਕਦੇ ਆ ਤੇ ਉਸ ਤੋਂ ਬਾਅਦ ਆਪਾਂ ਇਹਦੀ ਬਿਜਾਈ ਕਰ ਸਕਦੇ ਆ। ਜਿਸ ਤਰ੍ਹਾਂ ਕਿ ਨੈਕਸਟ ਆਪਣੇ ਅੱਗੇ ਝੋਨੇ ਦੀ ਬਿਜਾਈ ਹੋਣੀ ਆ ਤਾਂ ਉਹਦੇ ਵਿੱਚ ਕੀ ਹੁੰਦਾ ਆ ਕਿ ਆਪਾਂ ਇੱਕ ਜਗ੍ਹਾ ਤੇ ਜਿਹੜੀ ਆ ਝੋਨੇ ਦੀ ਪਨੀਰੀ ਬੀਜੀ ਹੁੰਦੀ ਆ ਤੇ ਉਸ ਨੂੰ ਉੱਥੋਂ ਲੈ ਕੇ ਦੂਸਰੀ ਜਗ੍ਹਾ ਤੇ ਜਾਂਦੇ ਆ। ਸੋ ਉਸ ਟਾਈਮ ਆਪਾਂ ਇਹ ਕਰ ਸਕਦੇ ਆ ਕਿ ਜਿਸ ਵੀ ਚੀਜ਼ ਦੇ ਵਿੱਚ ਆਪਾਂ ਇਹਨੂੰ ਟਰਾਲੀ ਵਗੈਰਾ ਦੇ ਵਿੱਚ ਲੈ ਕੇ ਜਾਂਦੇ ਆ ਤੇ ਉਹਦੇ ਵਿੱਚ ਵੀ ਆਪਾਂ ਪਾਣੀ ਪਾ ਕੇ ਬਾਇਓਫੰਗੀਸਾਈਡ ਪਾ ਕੇ ਪਨੀਰੀ ਨੂੰ ਉਹਦੇ ਵਿੱਚ ਰੱਖ ਕੇ ਜਦੋਂ ਦੂਸਰੀ ਸਾਈਡ ਲੈ ਕੇ ਜਾਂਦੇ ਆ, ਉਹਦੇ ਨਾਲ ਕੀ ਤੁਹਾਡਾ ਇਸੇ ਕੰਮ ਦੇ ਵਿੱਚ ਨਾਲ ਹੀ ਤੁਹਾਡੇ ਇਹਦੇ ਜਿਹੜੀ ਆ ਬੀਜ ਦੀ ਸੋਧ ਹੋ ਜਾਂਦੀ ਆ। ਸੋ ਆਪਾਂ ਇਹ ਵੀ ਕਰ ਸਕਦੇ ਆ ਕਿ ਆਪਾਂ ਨੂੰ ਕੋਈ ਐਕਸਟਰਾ ਕੰਮ ਵੀ ਨਹੀਂ ਕਰਨਾ ਪਏਗਾ, ਆਪਾਂ ਉਸੇ ਟਾਈਮ ਦੇ ਵਿੱਚ ਇਸ ਚੀਜ਼ ਨੂੰ ਕਰ ਸਕਦੇ ਆ। ਸੋ ਨੈਕਸਟ ਆਪਣੇ ਕੋਲ ਪ੍ਰੋਡਕਟ ਹੈਗਾ ਆ ਐਗਰੀਗੋਲਡ, ਅਮੇਜ਼ਿੰਗ ਰਿਜ਼ਲਟਸ ਦਿੰਦਾ ਆ ਇਹ ਆਪਾਂ ਨੂੰ। ਸਭ ਤੋਂ ਪਹਿਲਾਂ ਤੇ ਪਲਾਂਟਸ ਨੂੰ ਡਿਟੌਕਸੀਫਾਈ ਕਰਦਾ ਆ, ਇਨਵਾਇਰਨਮੈਂਟ ਲਈ ਬਿਲਕੁਲ ਇਹ ਪੋਲਿਊਸ਼ਨ ਫ੍ਰੀ ਹੈਗਾ ਆ ਤੇ ਪਲਾਂਟਸ ਦੇ ਜਿਹੜੇ ਪੋਰਸ ਆ ਉਹਨਾਂ ਨੂੰ ਪਾਣੀ ਲੈਣ ਤੋਂ ਬਾਅਦ ਇਹ ਬੰਦ ਕਰ ਦਿੰਦਾ ਆ, ਜਿਹਦੇ ਨਾਲ ਕਿ ਵਾਟਰ ਲਾਸ ਨਹੀਂ ਹੁੰਦਾ ਹੈਗਾ। ਸੋ ਸੀਡ ਜਰਮੀਨੇਸ਼ਨ ਦੇ ਵਿੱਚ ਵੀ ਬਹੁਤ ਜ਼ਿਆਦਾ ਇਹ ਹੈਲਪ ਕਰਦਾ ਆ, ਪਲਾਂਟਸ ਦੀ ਇਮਿਊਨਿਟੀ ਨੂੰ ਸਟਰੋਂਗ ਕਰਦਾ ਆ, ਪਲਾਂਟਸ ਦੀ ਇਮਿਊਨਿਟੀ ਨੂੰ ਸਟਰੋਂਗ ਕਰਦਾ ਹੈ ਤੇ ਪਲਾਂਟਸ ਜਿਹੜੇ ਆ ਉਹ ਬਿਮਾਰੀਆਂ ਤੋਂ ਬਚੇ ਰਹਿੰਦੇ ਆ। ਸੋ ਡਿਸੀਜ਼ਸ ਤੋਂ ਬਚਾ ਕੇ ਰੱਖਦਾ ਉਹਨਾਂ ਨੂੰ, ਕਲਾਈਮੇਟ ਕੰਡੀਸ਼ਨ ਦੇ ਨਾਲ ਹੋਣ ਵਾਲੀਆਂ ਜਿੰਨੀਆਂ ਵੀ ਪ੍ਰੋਬਲਮਸ ਆ ਉਹਨਾਂ ਤੋਂ ਬਚਾ ਕੇ ਰੱਖਦਾ, ਜਿਵੇਂ ਕਿ ਮੌਸਮ ਦੇ ਵਿੱਚ ਅਚਾਨਕ ਤਬਦੀਲੀ ਆ ਜਾਣੀ ਜਾਂ ਫਿਰ ਕਹਿ ਸਕਦੇ ਆ ਆਪਾਂ ਨਾ ਕਦੀ ਪਾਣੀ ਨਾ ਲੱਗਾ ਜਿਹਦੀ ਵਜ੍ਹਾ ਨਾਲ ਫਸਲ ਸੁੱਕ ਜਾਂਦੀ ਆ, ਜਾਂ ਪਾਣੀ ਜ਼ਿਆਦਾ ਆ, ਬਾਰਿਸ਼ ਹੋ ਗਈ ਜਾਂ ਕਿਸੇ ਤਰ੍ਹਾਂ ਵੀ। ਸੋ ਕਈ ਵਾਰੀ ਤੇ ਕੁਝ ਕਿਸਾਨ ਭਰਾਵਾਂ ਦੀ ਆਟੋਮੈਟਿਕ ਮੋਟਰ ਹੀ ਚੱਲ ਜਾਂਦੀ ਹੈ ਜਿਹਦੇ ਨਾਲ ਵੀ ਕਾਫੀ ਸਾਰਾ ਦੂਸਰਾ ਪਾਣੀ ਖੇਤਾਂ 'ਚ ਭਰ ਜਾਂਦਾ ਆ ਤੇ ਉਸ ਟਾਈਮ ਤੇ ਵੀ ਜਿਹੜੀ ਫਸਲ ਆ ਉਹ ਪੀਲੀ ਹੋ ਜਾਂਦੀ ਆ ਆਪਣੀ। ਸੋ ਉਹਦੇ ਵਿੱਚ ਵੀ ਇਹ ਹੈਲਪ ਕਰਦਾ ਹੈ, ਉਹਨੂੰ ਕੰਟਰੋਲ ਕਰਨ ਦੇ ਵਿੱਚ ਹੈਲਪ ਕਰਦਾ ਆ। ਸੋ ਪਹਿਲਾਂ ਵੀ ਇਹਨੂੰ ਆਪਾਂ ਯੂਜ਼ ਕਰ ਸਕਦੇ ਹਾਂ ਕਿ ਜੇ ਇਸ ਤਰ੍ਹਾਂ ਦੀ ਪ੍ਰੋਬਲਮ ਆ ਗਈ ਆ ਉਸ ਟਾਈਮ ਵੀ ਜੇ ਇਹਨੂੰ ਆਪਾਂ ਯੂਜ਼ ਕਰਦੇ ਹਾਂ ਤੇ ਉਹਨੂੰ ਵੀ ਇਹ ਕਵਰ ਕਰ ਦਿੰਦਾ ਆ। ਸੋ ਫਸਲ ਨੂੰ ਵਧੀਆ ਤਰ੍ਹਾਂ ਪੱਕਣ ਦੇ ਵਿੱਚ ਹੈਲਪ ਕਰਦਾ, ਯਾਨੀ ਕਿ ਇੱਕ ਸਾਰ ਇਸ ਤਰ੍ਹਾਂ ਨਹੀਂ ਹੋਏਗਾ ਕਿ ਆਪਣੇ ਜਿਹੜਾ ਖੇਤ ਆ ਉਹਦਾ ਇੱਕ ਕੋਨਾ ਇੱਕ ਸਾਈਡ ਅੱਧੀ ਫਸਲ ਪੱਕ ਗਈ ਅੱਧੀ ਸਾਈਡ ਰਹਿ ਗਈ, ਇਸ ਤਰ੍ਹਾਂ ਨਹੀਂ ਹੋਏਗਾ ਕਿ ਫਸਲ ਨੂੰ ਇੱਕ ਸਾਰ ਪੱਕਣ ਦੇ ਇਹ ਹੈਲਪ ਕਰਦਾ ਆ। ਉਹਦੇ ਨਾਲ ਇਹ ਆ ਕਿ ਇਹਨੂੰ ਆਪਾਂ ਕਿਸੇ ਵੀ ਗਰੋਥ ਸਟੇਜ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਆਪਾਂ ਇਹਨੂੰ ਜਿੱਦਾਂ ਹੀ ਪਲਾਂਟਸ ਦੀ ਥੋੜੀ ਜਿਹੀ ਗਰੋਥ ਹੋਣੀ ਸ਼ੁਰੂ ਹੁੰਦੀ ਆ ਜਾਂ ਫਲ ਤੇ ਫੁੱਲ ਤੇ ਆਉਂਦਾ ਆ, ਜਦੋਂ ਇਹਨੂੰ ਆਪਾਂ ਕਿਸੇ ਵੀ ਸਟੇਜ ਦੇ ਵਿੱਚ ਇਸਤੇਮਾਲ ਕਰ ਸਕਦੇ ਹਾਂ। ਕ੍ਰੌਪਸ ਨੂੰ ਇਹ ਵਿਦਆਊਟ ਜਿਹੜਾ ਆ ਡਿਜ਼ੀਜ਼ ਉਹਨੂੰ ਉਹਦਾ ਵੇਟ ਆ ਉਹਨੂੰ ਇਨਕਰੀਜ਼ ਕਰਦਾ ਆ, ਵੇਟ ਨੂੰ ਵਧਾਉਣ ਦੇ ਵਿੱਚ ਬਹੁਤ ਜ਼ਿਆਦਾ ਹੈਲਪ ਕਰਦਾ ਆ ਇਹ। ਸੋ ਜ਼ਮੀਨ ਦੇ ਅੰਦਰ ਜਿਹੜੀਆਂ ਫਸਲਾਂ ਹੁੰਦੀਆਂ ਆ ਉਹਨਾਂ ਦੀ ਗਰੋਥ ਦੇ ਵਿੱਚ ਇਹ ਬਹੁਤ ਜ਼ਿਆਦਾ ਵਾਧਾ ਕਰਦਾ ਆ, ਜਿਵੇਂ ਕਿ ਲਸਣ, ਆਲੂ, ਪਿਆਜ਼, ਇਸ ਤਰ੍ਹਾਂ ਦੀਆਂ ਚੀਜ਼ਾਂ ਆਪਾਂ ਹੋਰ ਵੀ ਬਹੁਤ ਸਾਰੀਆਂ ਹੈਗੀਆਂ ਨੇ ਜਿੱਦਾਂ ਉਹਨਾਂ ਦੇ ਵਾਸਤੇ ਇਹਦਾ ਰਿਜ਼ਲਟ ਜਿਹੜਾ ਆ ਬਹੁਤ ਜ਼ਿਆਦਾ ਬੈਸਟ ਹੈ। ਸੋ ਇਹਨੂੰ ਆਪਾਂ ਯੂਜ਼ ਕਰਨ ਵਾਸਤੇ ਇਹ ਗੱਲ ਹੈ ਕਿ ਜਿੱਦਾਂ 1 ਗ੍ਰਾਮ 1 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਇਹਨੂੰ ਆਪਾਂ ਯੂਜ਼ ਕਰ ਸਕਦੇ ਹਾਂ। ਮੰਨ ਲਓ ਯਾਨੀ ਕਿ ਇੱਕ ਖੇਤ ਵਿੱਚ 1 ਏਕੜ ਦੇ ਵਿੱਚ 100 ਗ੍ਰਾਮ। ਸੋ ਇਹਨੂੰ ਘੱਟ ਤੋਂ ਘੱਟ 2 ਤੋਂ 3 ਵਾਰ ਇਹਨੂੰ ਆਪਾਂ ਜ਼ਰੂਰੀ ਯੂਜ਼ ਕਰਨਾ ਆ।
ਸੋ ਨੈਕਸਟ ਆਪਣੇ ਕੋਲ ਪ੍ਰੋਡਕਟ ਹੈਗਾ ਆ ਐਗਰੀ ਨੈਨੋਟਿਕ। ਐਗਰੀ ਨੈਨੋਟਿਕ ਦੇ ਵਿੱਚ ਇੰਨੀ ਕੁ ਪੋਟੈਂਸ਼ੀਅਲ ਪਾਵਰ ਹੈ ਕਿ ਇਹ ਐਗਰੀਕਲਚਰ ਸਿਸਟਮ ਨੂੰ ਟਰਾਂਸਫਾਰਮ ਕਰ ਸਕਦਾ ਆ, ਬਿਕੋਜ਼ ਇਹ ਜ਼ਮੀਨ ਦੇ ਅੰਦਰ ਜਿੰਨੇ ਵੀ ਛੋਟੇ ਤੋਂ ਛੋਟੇ ਤੱਤ, ਹਰ ਇੱਕ ਸੂਖਮ ਤੱਤ ਦੇ ਨਾਲ ਮਿਲ ਕੇ ਵਰਕ ਕਰਦਾ ਆ, ਜ਼ਮੀਨ ਦੀ ਪ੍ਰੋਡਕਟਿਵਿਟੀ ਨੂੰ ਵਧਾਉਂਦਾ ਆ, ਜ਼ਮੀਨ ਨੂੰ ਉਪਜਾਊ ਬਣਾਉਂਦਾ ਆ ਬਹੁਤ ਜ਼ਿਆਦਾ। ਸੋ ਇਹ ਖਾਰੀ ਔਰ ਤੇਜ਼ਾਬੀ ਦੋਨਾਂ ਮਿੱਟੀਆਂ ਦੇ ਵਿੱਚ ਹੀ ਲਾਭਦਾਇਕ ਹੈ ਕਿ ਦੋਨਾਂ ਦੇ ਵਿੱਚ ਇਹ ਸੇਮ ਰਿਜ਼ਲਟ ਦਿੰਦਾ ਆ। ਇਹ ਪੱਤੇ ਦੀ ਸਤਹ ਦੇ ਅੰਦਰ ਤੱਕ ਜਾ ਕੇ ਵਰਕ ਕਰਦਾ ਆ। ਇਹ ਜ਼ਮੀਨ ਦੇ ਵਿੱਚ ਜਿੰਨੇ ਵੀ ਅਨਆਰਗੈਨਿਕ ਨਿਊਟ੍ਰੀਐਂਟਸ ਹੁੰਦੇ ਨੇ ਉਹਨਾਂ ਨੂੰ ਰਿਮੂਵ ਕਰ ਦਿੰਦਾ ਆ। ਮਿਨਰਲਸ ਨੂੰ ਜ਼ਮੀਨ ਦੇ ਵਿੱਚ ਮਿਲਣ ਦੇ ਵਿੱਚ ਹੈਲਪ ਕਰਦਾ ਆ, ਤੇ ਫਿਰ ਉਹਨਾਂ ਹੀ ਮਿਨਰਲਸ ਨੂੰ ਜ਼ਮੀਨ ਦੇ ਵਿੱਚੋਂ ਜਿਹੜੇ ਪੌਦੇ ਤੱਕ ਪਹੁੰਚਾਉਂਦਾ ਆ। ਸੋ ਐਗਰੀ ਨੈਨੋਟਿਕ ਪਲਾਂਟ ਨੂੰ ਯੂਜ਼ ਕਰਨ ਦੇ ਨਾਲ, ਜਦੋਂ ਐਗਰੀ ਨੈਨੋਟਿਕ ਨੂੰ ਆਪਾਂ ਪਲਾਂਟਸ ਤੇ ਯੂਜ਼ ਕਰਦੇ ਹਾਂ ਤੇ ਉਹਦੇ ਨਾਲ ਕੀ ਹੁੰਦਾ ਹੈ ਕਿ ਪਲਾਂਟਸ ਨੂੰ 2 ਤੋਂ 3 ਗੁਣਾ ਵੱਧ ਨਾਈਟ੍ਰੋਜਨ, ਫਾਸਫੋਰਸ, ਪੋਟਾਸ਼ੀਅਮ, ਕੈਲਸ਼ੀਅਮ ਤੇ ਵਿਟਾਮਿਨਸ ਜਿਹੜੇ ਉਹ 2 ਤੋਂ 3 ਗੁਣਾ ਵੱਧ ਪਲਾਂਟਸ ਨੂੰ ਮਿਲਦੇ ਆ। ਸੋ ਐਗਰੀ ਨੈਨੋਟਿਕ ਪੋਲਿਊਸ਼ਨ ਫ੍ਰੀ ਆ, ਇਹਨੂੰ ਆਪਾਂ ਆਲ ਓਵਰ ਫਸਲ ਨੂੰ ਯੂਜ਼ ਕਰ ਸਕਦੇ ਹਾਂ। ਜਿਹੜੇ ਆਪਾਂ ਸਬਜ਼ੀਆਂ ਤੇ ਫਲਾਂ ਦੀ ਗੱਲ ਕਰਦੇ ਹਾਂ ਤੇ ਉਹਦੇ ਵਿੱਚ ਆਪਾਂ 100 ਲੀਟਰ ਪਾਣੀ ਦੇ ਵਿੱਚ 100 ਗ੍ਰਾਮ ਜਿਹੜਾ ਆ ਨੈਨੋਟਿਕ ਨੂੰ ਮਿਲਾ ਕੇ ਯੂਜ਼ ਕਰ ਸਕਦੇ ਆ। ਤੇ ਜੇ ਅਨਾਜ ਦੀ ਗੱਲ ਕਰਦੇ ਆ ਉੱਥੇ ਆਪਾਂ 200 ਗ੍ਰਾਮ 100 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਯੂਜ਼ ਕਰ ਸਕਦੇ ਆ। ਸੋ ਇਹਨੂੰ ਵੀ ਆਪਾਂ 2 ਤੋਂ 3 ਵਾਰ ਆਪਣੀ ਫਸਲ ਲਈ ਯੂਜ਼ ਕਰ ਸਕਦੇ ਆ। ਸੋ ਜ਼ਰੂਰੀ ਵੀ ਆ 2 ਤੋਂ 3 ਵਾਰ ਤਾਂ ਜ਼ਰੂਰ ਯੂਜ਼ ਕੀਤਾ ਜਾਵੇ ਇਹਨੂੰ। ਸੋ ਨੈਕਸਟ ਆਪਣੇ ਕੋਲ ਜਿਹੜਾ ਪ੍ਰੋਡਕਟ ਆ ਇਹ ਹੈਗਾ ਆ ਐਗਰੀਮੋਸ। ਐਗਰੀਮੋਸ ਜਿਹੜਾ ਪਲਾਂਟਸ ਨੂੰ ਰਿਕੁਆਇਰਡ ਪੋਸ਼ਣ ਦਿੰਦਾ ਹੈ ਕਿ ਪਲਾਂਟਸ ਨੂੰ ਜਿੰਨਾ ਪੋਸ਼ਣ ਚਾਹੀਦਾ ਆ ਉਹ ਸਾਰਾ ਇਹਨੂੰ ਪ੍ਰਦਾਨ ਕਰਦਾ ਆ। ਸੋ ਪਲਾਂਟਸ ਨੂੰ ਸਟਰੋਂਗ ਕਰਦਾ ਆ, ਉਹਦੇ ਜਿਹੜੇ ਕ੍ਰੌਪਸ ਆ ਉਹਨਾਂ ਦੀ ਕੁਆਲਿਟੀ ਨੂੰ ਤੇ ਕੁਆਂਟੀਟੀ ਨੂੰ ਦੋਨਾਂ ਨੂੰ ਵਧਾਉਂਦਾ ਆ। ਇਹ ਮਾਰਕੀਟ ਦੇ ਦੂਜੇ ਪ੍ਰੋਡਕਟਸ ਦੀ ਤਰ੍ਹਾਂ ਫਸਲਾਂ ਲਈ ਜਾਂ ਜਾਨਵਰਾਂ ਔਰ ਇਨਸਾਨਾਂ ਲਈ ਜ਼ਹਿਰੀਲਾ ਨਹੀਂ ਹੁੰਦਾ। ਇਹ ਫਸਲ ਨੂੰ ਜ਼ਹਿਰੀਲੇ ਰਸਾਇਣਾਂ ਤੋਂ ਸਗੋਂ ਬਚਾ ਕੇ ਰੱਖਦਾ ਹੈ, ਜਿਵੇਂ ਕਿ ਕੀਟਨਾਸ਼ਕ, ਜਿੱਦਾਂ ਕਿ ਆਪਾਂ ਰੈਗੂਲਰ ਇਹਨਾਂ ਪ੍ਰੋਡਕਟਸ ਨੂੰ ਯੂਜ਼ ਕਰਦੇ ਹਾਂ ਤੇ ਆਪਾਂ ਨੂੰ ਆਉਣ ਵਾਲੇ ਭਵਿੱਖ ਦੇ ਵਿੱਚ ਜਿਹੜੇ ਕੀਟਨਾਸ਼ਕ ਆਪਾਂ ਯੂਜ਼ ਕਰਦੇ ਸੀ ਉਹਨਾਂ ਦੀ ਜ਼ਰੂਰਤ ਨਹੀਂ ਪਏਗੀ। ਸੋ ਆਪਣੇ ਜਦੋਂ ਇਹਨਾਂ ਨੂੰ ਆਪਾਂ ਲਗਾਤਾਰ ਪ੍ਰੋਡਕਟਸ ਨੂੰ ਯੂਜ਼ ਕਰਾਂਗੇ ਤੇ ਇਹ ਕੀਟਨਾਸ਼ਕਾਂ ਤੋਂ ਆਪਣੀ ਜ਼ਮੀਨ, ਆਪਣੀ ਫਸਲ ਤੋਂ ਨੂੰ ਬਚਾ ਕੇ ਰੱਖੇਗਾ ਕਿ ਆਪਾਂ ਨੂੰ ਇਹਨਾਂ ਦੀ ਜ਼ਰੂਰਤ ਨਹੀਂ ਪਏਗੀ। ਸੋ ਪਲਾਂਟਸ ਦੇ ਮੈਟਾਬੋਲਿਜ਼ਮ ਸਿਸਟਮ ਨੂੰ ਇਹ ਸਟਰੋਂਗ ਕਰਦਾ ਆ। ਪੌਦੇ ਦੇ ਅੰਦਰ ਜਲਦੀ ਪ੍ਰਵੇਸ਼ ਕਰ ਜਾਂਦਾ ਇਹ, ਤੇ ਪੌਦੇ ਦਾ ਜਿਹੜਾ ਸਾਈਟੋਪਲਾਜ਼ਮ ਸਰਕੂਲੇਸ਼ਨ ਆ ਉਹਨੂੰ ਵਧਾਉਂਦਾ ਹੈ। ਯਾਨੀ ਕਿ ਪੌਦੇ ਦੇ ਅੰਦਰ ਇੱਕ ਲਾਹ ਟਾਈਪ ਲਿਕੁਇਡ ਹੁੰਦਾ ਆ, ਜਿਸ ਤਰ੍ਹਾਂ ਸਾਡੀ ਬਾਡੀ ਬਲੱਡ ਸਰਕਲ ਕਰਦਾ ਹੈ, ਇਸੇ ਤਰ੍ਹਾਂ ਪਲਾਂਟਸ ਦੇ ਵਿੱਚ ਵੀ ਲਿਕੁਇਡ ਜਿਹੜਾ ਹੁੰਦਾ ਆ ਉਹ ਸਰਕਲ ਕਰਦਾ ਆ। ਸੋ ਜਿੰਨਾ ਉਹਦਾ ਸਰਕੂਲੇਸ਼ਨ ਤੇਜ਼ ਹੋਏਗਾ ਉਨਾ ਹੀ ਪਲਾਂਟਸ ਦੀ ਗਰੋਥ ਵਧੀਆ ਹੋਏਗੀ, ਉਹਨੂੰ ਜ਼ਰੂਰੀ ਤੱਤ ਜਿੰਨੇ ਵੀ ਜ਼ਮੀਨ ਦੇ ਵਿੱਚ ਹੋਣਗੇ ਉਹਨੂੰ ਮਿਲਣਗੇ, ਉਹਦਾ ਮੈਟਾਬੋਲਿਜ਼ਮ ਸਿਸਟਮ ਸਟਰੋਂਗ ਹੋਏਗਾ, ਉਹਦੀ ਇਮਿਊਨਿਟੀ ਸਟਰੋਂਗ ਹੋਏਗੀ, ਤੇ ਉਹਦੇ ਨਾਲ ਕੀ ਜਿਹੜੀ ਫਸਲ ਦੀ ਗਰੋਥ ਵੀ ਵਧੀਆ ਹੋਏਗੀ ਤੇ ਝਾੜ ਵੀ ਵਧੀਆ ਹੋਏਗਾ। ਪਲਾਂਟਸ ਨੂੰ ਜਿਹੜੇ ਪਲਾਂਟਸ ਦੇ ਹਾਰਮੋਨਸ ਆ ਉਹਨਾਂ ਨੂੰ ਵੀ ਇਹ ਬੈਲੈਂਸ ਰੱਖਦਾ ਹੈ। ਸੋ ਫੁੱਲ ਔਰ ਫਲ ਜਿਹੜੇ ਆ ਉਹਨਾਂ ਨੂੰ ਇਹ ਕਿਰਨ ਤੋਂ ਬਚਾਉਂਦਾ ਆ। ਸੋ ਜਦੋਂ ਫੁੱਲ ਔਰ ਫਲ ਕਿਰਦੇ ਨੇ ਤੇ ਨੈਚੁਰਲ ਇਹ ਚੀਜ਼ ਹੈਗੀ ਆ ਕਿ ਆਪਣਾ ਝਾੜ ਜਿਹੜਾ ਆ ਉਹ ਵੱਧਦਾ ਆ। ਸੋ ਫਸਲ ਦੇ ਵਿੱਚ ਨਿਊਟ੍ਰੀਐਂਟਸ ਨੂੰ ਜਿਹੜੇ ਇਹਦੇ ਵਧਾਉਂਦਾ ਆ, ਤੇ ਫਸਲ ਦੀ ਜਿਹੜੀ ਆਪਣੇ ਅਨਾਜ ਆ ਉਹਨਾਂ ਦੀ ਸ਼ੇਪ, ਸਾਈਜ਼ ਤੇ ਜਿਹੜਾ ਕਲਰ ਆ ਉਹਨਾਂ ਨੂੰ ਸੇਮ ਰੱਖਦਾ ਆ। ਯਾਨੀ ਕਿ ਆਪਣੀ ਕੋਈ ਵੀ ਫਸਲ ਹੈ ਉਹਦੇ ਤੇ ਆਪਾਂ ਇਹਨੂੰ ਯੂਜ਼ ਕਰਦੇ ਹਾਂ ਤੇ ਉਹਦਾ ਜਿੰਨੇ ਵੀ ਜਿਹੜੇ ਦਾਣੇ ਆ ਉਹਨਾਂ ਦਾ ਸਾਈਜ਼, ਸ਼ੇਪ, ਕਲਰ ਸਾਰਿਆਂ ਨੂੰ ਬਿਲਕੁਲ ਸੇਮ ਰੱਖਦਾ ਹੈ। ਕਿ ਐਸਾ ਨਹੀਂ ਹੋਏਗਾ ਕਿ ਤੁਹਾਡੇ ਖੇਤ ਦੇ ਵਿੱਚ ਕੋਈ ਵੀ ਆਪਾਂ ਫਸਲ ਕਹਿ ਸਕਦੇ ਹਾਂ, ਅਨਾਜ ਆ ਜਿੱਦਾਂ ਕਣਕ ਕਹਿ ਸਕਦੇ ਹਾਂ ਉਹਦਾ ਛਿੱਟਾ ਆ ਕਿ ਨੀਚੇ ਦਾਣੇ ਵੱਡੇ ਹੋਣਗੇ, ਉੱਪਰ ਜਿਹੜਾ ਟੌਪ ਤੇ ਜਾ ਕੇ ਛੋਟਾ ਹੋਏਗਾ, ਨਹੀਂ। ਸੋ ਸਾਰੇ ਦੇ ਸਾਰੇ ਦਾਣੇ ਸੇਮ ਵੇਟ ਦੇ ਹੋਣਗੇ ਔਰ ਸੇਮ ਸ਼ੇਪ ਦੇ ਹੋਣਗੇ, ਉਹਨਾਂ ਦੇ ਵਿੱਚ ਕੋਈ ਵੀ ਦਾਣਾ ਜਿੱਦਾਂ ਦਾਗੀ ਨਹੀਂ ਹੋਏਗਾ। ਸੋ ਇਹਨਾਂ ਚੀਜ਼ਾਂ ਤੋਂ ਇਹ ਆਪਣੀ ਫਸਲ ਨੂੰ ਬਚਾ ਕੇ ਰੱਖਦਾ ਆ ਕਿ ਇਦਾਂ ਦੀਆਂ ਪ੍ਰੋਬਲਮਸ ਜਿਹੜੀਆਂ ਨਾ ਆਉਣ।
ਇਹਦੇ ਨਾਲ ਪਲਾਂਟਸ ਦੀਆਂ ਬ੍ਰਾਂਚਸ ਨੂੰ ਵੀ ਵਧਾਉਂਦਾ ਆ ਕਿ ਜਿੱਦਾਂ ਆਪਾਂ ਜਦੋਂ ਪਹਿਲਾਂ ਇਹਨੂੰ ਸਟਾਰਟਿੰਗ ਦੇ ਵਿੱਚ ਜਦੋਂ ਪਲਾਂਟਸ ਗਰੋਥ ਕਰਦੇ ਆ ਨਾ ਬ੍ਰਾਂਚਸ ਆਉਣ ਦਾ ਸਮਾਂ ਹੁੰਦਾ ਉਦੋਂ ਇਹਨੂੰ ਆਪਾਂ ਯੂਜ਼ ਕਰਦੇ ਆ ਤੇ ਉਹਦੇ ਨਾਲ ਕੀ ਹੁੰਦਾ ਕਿ ਫਸਲ ਦਾ ਜਿਵੇਂ ਝਾੜ ਕਹਿ ਦਿੰਦੇ ਆਪਾਂ ਕਿ ਉਹ ਜ਼ਿਆਦਾ ਕੁਝ ਫਟਾਰਾ ਕਹਿੰਦੇ ਨੇ ਜਿੱਦਾਂ ਉਹ ਵੱਧ ਹੁੰਦਾ ਆ ਜਿਹਦੇ ਨਾਲ ਕਿ ਉਹਦੀਆਂ ਬ੍ਰਾਂਚਸ ਜ਼ਿਆਦਾ ਹੁੰਦੀਆਂ ਆ ਬ੍ਰਾਂਚਸ ਜ਼ਿਆਦਾ ਹੋਣੀਆਂ ਤੇ ਮੋਸਟਲੀ ਇਹ ਫੁੱਲ ਫਲ ਵੱਧ ਆਏਗਾ ਤੇ ਝਾੜ ਵੀ ਜਿਹੜਾ ਵੱਧ ਹੋਏਗਾ ਸੋ ਜਿਸ ਕਰਕੇ ਆ ਵੀ ਜਦੋਂ ਬ੍ਰਾਂਚਸ ਵੱਧ ਹੁੰਦੀਆਂ ਤੇ ਯਕੀਨਨ ਇਹ ਚੀਜ਼ ਹੈਗੀ ਆ ਫੁੱਲ ਤੇ ਫਲ ਵੱਧ ਆਉਂਦਾ ਔਰ ਝਾੜ ਜਿਹੜਾ ਆ ਇਹ ਵੱਧ ਹੁੰਦਾ ਸੋ ਝਾੜ ਨੂੰ ਵਧਾਉਣ ਦੇ ਵਿੱਚ ਐਗਰੀਮੋਸ ਬਹੁਤ ਹੀ ਜ਼ਿਆਦਾ ਜ਼ਬਰਦਸਤ ਵਰਕ ਕਰਦਾ ਆ ਸੋ ਇਹਨੂੰ ਯੂਜ਼ ਕਰਨ ਦੀ ਗੱਲ ਕਰੀਏ ਕਿ ਆਪਾਂ ਤੇ ਸਬਜ਼ੀਆਂ ਫੁੱਲ ਫਲ ਔਰ ਅਨਾਜ ਤੇਲ ਬੀਜ ਜਿਹੜੇ ਆ ਇਹਨਾਂ ਦੇ ਵਿੱਚ ਆਪਾਂ 20 ਤੋਂ 30 ml 15 ਲੀਟਰ ਪਾਣੀ ਦੇ ਵਿੱਚ ਮਿਲਾ ਕੇ ਯੂਜ਼ ਕਰ ਸਕਦੇ ਆ ਤੇ ਉਹਨਾਂ ਨੂੰ ਆਪਾਂ ਫੁੱਲ ਆਉਣ ਤੋਂ 15 ਦਿਨ ਪਹਿਲਾਂ ਔਰ ਫੁੱਲ ਆਉਣ ਤੋਂ 15 ਤੋਂ 20 ਦਿਨ ਬਾਅਦ ਵਿੱਚ ਸੋ ਇਸੇ ਤਰ੍ਹਾਂ ਜਦੋਂ ਫਸਲ ਦੀ ਗਰੋਥ ਹੁੰਦੀ ਆ ਉਦੋਂ ਵੀ ਆਪਾਂ ਨੀਅਰ ਅਬਾਊਟ ਫਸਲ ਦੀ ਬਿਜਾਈ ਤੋਂ ਕਹਿ ਸਕਦੇ ਆ ਕਿ 25 ਤੋਂ 30 ਦਿਨ ਬਾਅਦ ਇੱਕ ਵਾਰੀ ਤੇ ਦੂਸਰੀ ਵਾਰੀ ਫੁੱਲ ਆਉਣ ਤੋਂ 15-20 ਦਿਨ ਪਹਿਲਾਂ ਤੇ ਫੁੱਲ ਆਉਣ ਤੋਂ 15-20 ਦਿਨ ਬਾਅਦ ਜਾਨੀ ਕਿ 3 ਵਾਰੀ ਟੋਟਲ ਸੋ ਘੱਟੋ ਘੱਟ ਇਹਦੀ 3 ਵਾਰ ਆਪਾਂ ਨੂੰ ਜਿਹੜੀ ਆ ਇਹਦਾ ਯੂਜ਼ ਜ਼ਰੂਰੀ ਕਰਨਾ ਚਾਹੀਦਾ ਆ ਸੋ ਨੈਕਸਟ ਆਪਣੇ ਕੋਲ ਪ੍ਰੋਡਕਟ ਹੈਗਾ ਆ ਐਗਰੀ ਹਿਊਮਕ ਤੇ ਐਗਰੀ ਹਿਊਮਕ ਗ੍ਰੈਨੂਲ ਸੋ ਵਰਕ ਦੋਨਾਂ ਦਾ ਸੇਮ ਆ ਜਿਹਦੇ ਵਿੱਚ ਆਪਾਂ ਐਗਰੀ ਹਿਊਮਕ ਦੀ ਗੱਲ ਕਰਦੇ ਆ ਲਿਕੁਇਡ ਦੇ ਵਿੱਚ ਇਹਦੇ ਵਿੱਚ 6% ਜਿਹੜੇ ਐਗਰੀਕਲਚਰ ਦੀਆਂ ਵੇਸਟੇਜ ਚੀਜ਼ਾਂ ਹੀ ਪਾਈਆਂ ਜਾਂਦੀਆਂ ਜਿਵੇਂ ਬਾਇਓਮਾਸ ਸੋ ਐਗਰੀ ਹਿਊਮਕ ਜਿਹੜਾ ਆ ਆਸਮੈਟਿਕ ਸਟ੍ਰੈਸ ਨੂੰ ਮੈਨੇਜ ਕਰਦਾ ਆ ਪਲਾਂਟਸ ਦੇ ਵਿੱਚ ਜਿਹੜੀਆਂ ਸਡਨ ਚੇਂਜਸ ਆਉਂਦੀਆਂ ਆ ਜਿਵੇਂ ਉਹਨਾਂ ਦੇ ਸੈਲਸ ਦੀ ਪ੍ਰੋਬਲਮ ਹੋ ਗਈ ਜਾਂ ਕਲਾਈਮੇਟ ਕੰਡੀਸ਼ਨ ਨੂੰ ਜਿਹੜੇ ਕੰਟਰੋਲ ਕਰਦਾ ਆ ਫਸਲ ਜਿਸ ਤਰ੍ਹਾਂ ਇਨਸਾਨੀ ਸਰੀਰ ਦੇ ਸੈੱਲ ਹੁੰਦੇ ਆ ਇਸੇ ਤਰ੍ਹਾਂ ਫਸਲਾਂ ਦੇ ਵੀ ਹੁੰਦੇ ਆ ਸੋ ਉਹਨਾਂ ਨੂੰ ਵੀ ਇਹ ਮੇਨਟੇਨ ਰੱਖਦਾ ਆ ਤੇ ਮੌਸਮ ਦੇ ਨਾਲ ਹੋਣ ਵਾਲੀਆਂ ਜਿਹੜੀਆਂ ਵੀ ਪ੍ਰੋਬਲਮਸ ਨੇ ਉਹਨਾਂ ਨੂੰ ਵੀ ਕੰਟਰੋਲ ਰੱਖਦਾ ਆ ਪਾਣੀ ਦੇ ਵਿੱਚ ਜਿਹੜੇ ਨਿਊਟ੍ਰੀਐਂਟਸ ਨੇ ਉਹਨਾਂ ਨੂੰ ਜ਼ਮੀਨ ਦੇ ਅੰਦਰ ਜ਼ਿਆਦਾ ਟਾਈਮ ਤੱਕ ਰੁਕਣ ਦੀ ਜਿਹੜੀ ਕਪੈਸਿਟੀ ਆ ਉਹਨੂੰ ਵਧਾਉਂਦਾ ਆ ਮਾਈਕਰੋ ਆਰਗੈਨਿਜ਼ਮ ਨੂੰ ਡਿਵੈਲਪ ਕਰਦਾ ਆ ਜਿੰਨੇ ਵੀ ਜ਼ਰੂਰੀ ਜੀਵਾਣੂ ਹੁੰਦੇ ਨੇ ਸਾਡੀ ਜ਼ਮੀਨ ਦੇ ਵਿੱਚ ਉਹਨਾਂ ਨੂੰ ਵਧਾਉਂਦਾ ਆ ਤੇ ਜ਼ਮੀਨ ਨੂੰ ਜਿੱਦਾਂ ਪੋਲੀ ਕਰਦਾ ਆ ਤੇ ਪੌਦੇ ਦੀਆਂ ਜੜ੍ਹਾਂ ਨੂੰ ਡੂੰਘੀਆਂ ਕਰਦਾ ਜਿਵੇਂ ਕਿ ਮਾਈਕਰੋ ਆਰਗੈਨਿਜ਼ਮ ਜ਼ਰੂਰੀ ਜੀਵਾਣੂ ਜਿੱਦਾਂ ਛੋਟੇ ਛੋਟੇ ਸੁਕਮ ਤੱਤ ਜਾਂ ਕੁਝ ਕਹਿ ਸਕਦੇ ਆਪਾਂ ਜ਼ਮੀਨ ਦੇ ਵਿੱਚ ਗਡੋਏ ਹੁੰਦੇ ਗਡੋਇਆਂ ਦੀ ਤਰ੍ਹਾਂ ਕੰਮ ਕਰਦਾ ਹੈ ਕਿ ਜਿਸ ਤਰ੍ਹਾਂ ਗਡੋਏ ਜ਼ਮੀਨ ਨੂੰ ਪੋਲਾ ਕਰਦੇ ਨੇ ਇਸੇ ਤਰ੍ਹਾਂ ਐਗਰੀ ਹਿਊਮਕ ਜਿਹੜਾ ਆ ਉਹ ਜ਼ਮੀਨ ਨੂੰ ਪੋਲਾ ਕਰਦਾ ਆ ਔਰ ਜਦੋਂ ਜ਼ਮੀਨ ਪੋਲੀ ਹੁੰਦੀ ਆ ਤੇ ਉਹਦੇ ਨਾਲ ਜਿਹੜੀ ਫਸਲ ਦੀ ਜੜ ਇਹ ਡੂੰਘੀ ਜਾਂਦੀ ਆ ਸੋ ਜਦੋਂ ਜੜ ਡੂੰਘੀ ਜਾਂਦੀ ਹੈ ਤੇ ਫਸਲ ਦੇ ਡਿੱਗਣ ਦੇ ਚਾਂਸਸ ਜਿਹੜੇ ਬਹੁਤ ਜ਼ਿਆਦਾ ਨਾ ਮਾਤਰ ਹੁੰਦੇ ਨੇ ਉਸ ਟਾਈਮ ਤੇ ਨੰਬਰ 1 ਤੇ ਫਸਲ ਡਿੱਗੇਗੀ ਨਹੀਂ ਔਰ ਨੰਬਰ 2 ਤੇ ਬਾਈ ਦਾ ਵੇ ਫਸਲ ਡਿੱਗ ਵੀ ਜਾਂਦੀ ਆ ਤੇ ਫਸਲ ਦੀ ਜੜ ਡੂੰਘੀ ਹੋਣ ਕਰਕੇ ਫਸਲ ਨੀਅਰ ਅਬਾਊਟ 24 ਘੰਟਿਆਂ ਦੇ ਵਿੱਚ ਦੂਸਰੇ ਦਿਨ ਤੱਕ ਫਸਲ ਵਾਪਸ ਆਪਣੀ ਪੋਜੀਸ਼ਨ ਤੇ ਆਉਣੀ ਸ਼ੁਰੂ ਹੋ ਜਾਂਦੀ ਆ ਸੋ ਜਦੋਂ ਫਸਲ ਡਿੱਗਦੀ ਨਹੀਂ ਤੇ ਉਹਦੇ ਨਾਲ ਇਹ ਆ ਵੀ ਕਿ ਸਾਡਾ ਝਾੜ ਜਿਹੜਾ ਆ ਉਹ ਜ਼ਮੀਨ ਦੇ ਉੱਤੇ ਗਿਰਦਾ ਨਹੀਂ ਤੇ ਜਿੰਨਾ ਵੀ ਸਾਡੀ ਫਸਲ ਦਾ ਝਾੜ ਹੁੰਦਾ ਉਹ ਸਾਨੂੰ ਪੂਰਾ ਮਿਲ ਜਾਂਦਾ ਆ ਸੋ ਇਸੇ ਤਰ੍ਹਾਂ ਹੁਣ ਕਿ ਜਾਣਾ ਮੀਟਿੰਗ ਨੂੰ ਐਗਰੀ ਹਿਊਮਕ ਗ੍ਰੈਨੂਲ ਆ ਸੋ ਵਰਕ ਸੇਮ ਹੈ ਇਹਦਾ ਵੀ ਬਟ ਇਹ ਕੀ ਹੈ ਦਾਣੇਦਾਰ ਫਾਰਮ ਦੇ ਵਿੱਚ ਆ ਇਹਨੂੰ ਆਪਾਂ ਕਿਸੇ ਵੀ ਦੂਸਰੇ ਪ੍ਰੋਡਕਟ ਨਾਲ ਮਿਲਾ ਕੇ ਵੀ ਯੂਜ਼ ਕਰ ਸਕਦੇ ਹਾਂ ਜਾਂ ਫਿਰ ਵੈਸੇ ਹੀ ਆਪਣੇ ਖੇਤ ਦੇ ਵਿੱਚ ਵੀ ਖੇਡ ਸਕਦੇ ਹਾਂ ਸੋ ਯੂਜ਼ ਕਰਨ ਲਈ ਜੇ ਆਪਾਂ ਗੱਲ ਕਰੀਏ ਐਗਰੀ ਜਿਹੜੀ ਗ੍ਰੈਨੂਲ ਆ ਇਹਦੇ 5 kg ਇਹਨੂੰ ਆਪਾਂ ਇੱਕ ਵਾਰ ਆਪਣੇ ਖੇਤ 'ਚ ਵੀ ਖੇਡਦੇ ਹਾਂ ਇਹਨੂੰ ਘੱਟ ਤੋਂ ਘੱਟ 2 ਤੋਂ 3 ਵਾਰੀ ਆਪਾਂ ਨੂੰ ਜਿਹੜਾ ਆ ਜ਼ਰੂਰੀ ਆ ਸੋ ਇਸੇ ਤਰ੍ਹਾਂ ਐਗਰੀ ਹਿਊਮਕ ਜਿਹੜੀ ਲਿਕੁਇਡ ਫਾਰਮ 'ਚ ਆ ਉਹਨੂੰ ਆਪਾਂ ਇਹ ਕਹਿ ਸਕਦੇ ਹਾਂ ਕਿ ਨੀਅਰ ਅਬਾਊਟ ਜੇਕਰ ਤਾਂ ਤੁਸੀਂ ਕਿਸੇ ਵੀ ਪ੍ਰੋਡਕਟ ਦੇ ਵਿੱਚ ਜਾਂ ਪਾਣੀ ਦੇ ਵਿੱਚ ਮਿਲਾ ਕੇ ਪਾਉਣਾ ਆ ਤੇ ਉੱਥੇ ਤੁਸੀਂ 150 ਤੋਂ 200 ml ਮਿਲਾ ਕੇ ਯੂਜ਼ ਕਰ ਸਕਦੇ ਹਾਂ ਔਰ ਜੇਕਰ ਤੁਸੀਂ ਇਹਨੂੰ ਰੇਤ ਦੇ ਵਿੱਚ ਜਾਂ ਕਿਸੇ ਦੂਸਰੇ ਖਾਦ ਦੇ ਵਿੱਚ ਮਿਲਾਉਣਾ ਆ ਯਾਨੀ ਕਿ ਸੁੱਕੇ ਦੇ ਵਿੱਚ ਤੇ ਉਹਦੇ ਵਿੱਚ ਆਪਾਂ ਕਹਿ ਸਕਦੇ ਕਿ ਇਹਨੂੰ 2 ਤੋਂ 250 ml ਮਿਲਾ ਕੇ ਤੁਸੀਂ ਯੂਜ਼ ਕਰ ਸਕਦੇ ਹੋ ਸੋ ਨੈਕਸਟ ਆਪਣੇ ਕੋਲ ਪ੍ਰੋਡਕਟ ਹੈਗਾ ਆ ਐਗਰੀ 82 ਵਿੱਚ 82% ਐਕਟਿਵ ਇਨਗਰੀਡੀਐਂਟਸ ਹੁੰਦੇ ਨੇ
ਇਹ ਵਾਟਰ ਨੂੰ ਜਿਹੜਾ ਅਬਜ਼ਰਵ ਕਰਨ ਦੇ ਵਿੱਚ ਹੈਲਪ ਕਰਦਾ ਆ ਜ਼ਮੀਨ ਦੇ ਅੰਦਰ, ਫਰਟੀਲਾਈਜ਼ਰ ਦਾ ਵੀ ਕੰਮ ਕਰਦਾ ਆ, ਤੇ ਐਗਰੀ82 ਜਿਹੜਾ ਆ ਨਾਨ ਟੌਕਸਿਕ ਆ ਤੇ ਇਕੋ ਫ੍ਰੈਂਡਲੀ ਆ। 80% ਤੱਕ ਫਸਲ ਦੀ ਕੁਆਲਿਟੀ ਨੂੰ ਇੰਪਰੂਵ ਕਰਦਾ ਆ। ਐਗਰੀ82 ਐਕਟੀਵੇਟਰ ਦਾ ਵੀ ਕੰਮ ਕਰਦਾ ਆ ਕਿ ਇਹਨੂੰ ਆਪਾਂ ਕਿਸੇ ਵੀ ਦੂਸਰੇ ਪ੍ਰੋਡਕਟ ਦੇ ਨਾਲ ਮਿਲਾ ਕੇ ਜਦੋਂ ਯੂਜ਼ ਕਰਦੇ ਆ ਤੇ ਜੋ ਵੀ ਪ੍ਰੋਡਕਟ ਆਪਾਂ ਯੂਜ਼ ਕਰ ਰਹੇ ਹੁੰਦੇ ਆ ਉਹਦਾ ਜਿਹੜਾ ਪ੍ਰਭਾਵ ਆ ਇਹ ਡਬਲ ਕਰ ਦਿੰਦਾ ਆ। ਉਹਦੇ ਕਿਸੇ ਵੀ ਪ੍ਰੋਡਕਟ ਦੇ ਪ੍ਰਭਾਵ ਨੂੰ ਇਹ ਵਧਾ ਦਿੰਦਾ ਆ। ਇਹਨੂੰ ਆਪਾਂ ਫਸਲ ਦੀ ਕਿਸੇ ਵੀ ਗਰੋਥ ਸਟੇਜ ਤੇ ਯੂਜ਼ ਕਰ ਸਕਦੇ ਆ। ਇਹਨੂੰ ਫਰਟੀਲਾਈਜ਼ਰ ਦੇ ਤੌਰ ਤੇ ਵੀ ਯੂਜ਼ ਕਰ ਸਕਦੇ ਆ, ਐਕਟੀਵੇਟਰ ਦੇ ਤੌਰ ਤੇ ਵੀ ਆਪਾਂ ਯੂਜ਼ ਕਰ ਸਕਦੇ ਆ। ਸੋ ਇਹਨੂੰ ਆਪਾਂ ਯੂਜ਼ ਕਰਨ ਦੀ ਗੱਲ ਕਰੀਏ ਤਾਂ 5 ਤੋਂ 10 ਗ੍ਰਾਮ ਜੇਕਰ ਆਪਾਂ 15 ਲੀਟਰ ਪਾਣੀ ਦੇ ਵਿੱਚ ਯੂਜ਼ ਕਰਦੇ ਆ ਉੱਥੇ ਐਕਟੀਵੇਟਰ ਦਾ ਕੰਮ ਕਰਦਾ ਆ। ਬਟ ਜੇ ਆਪਾਂ ਇਹਨੂੰ ਕਹਿ ਸਕਦੇ ਹਾਂ ਕਿ ਫਰਟੀਲਾਈਜ਼ਰ ਦੇ ਤੌਰ ਤੇ ਯੂਜ਼ ਕਰਨਾ ਹੈ ਤੇ ਉੱਥੇ ਆਪਾਂ ਇਹਨੂੰ ਨੀਅਰ ਅਬਾਊਟ 1 ਏਕੜ ਦੇ ਵਿੱਚ ਇੱਕ ਵਾਰ 250 ml ਯੂਜ਼ ਕਰਦੇ ਹਾਂ। ਸੋ ਜੇਕਰ ਆਪਾਂ ਪਾਣੀ 'ਚ ਮਿਲਾ ਕੇ ਯੂਜ਼ ਕਰਨਾ ਹੈ ਤੇ ਉੱਥੇ ਆਪਾਂ ਵੈਸੇ ਵੀ 5 ਤੋਂ 10 ਗ੍ਰਾਮ ਹੀ ਦੂਸਰੇ ਪ੍ਰੋਡਕਟਸ ਦੇ ਨਾਲ ਐਕਟੀਵੇਟਰ ਦੇ ਰੂਪ 'ਚ, ਜੇ ਆਪਾਂ ਇਹਨੂੰ ਫਰਟੀਲਾਈਜ਼ਰ ਲਈ ਉਹਦੇ ਲਈ ਆਪਾਂ ਇਹਨੂੰ ਰੇਤ ਦੇ ਵਿੱਚ ਮਿਲਾ ਕੇ ਵੀ ਜਾਂ ਫਿਰ ਵੈਸੇ ਵੀ ਸਪਰੇ ਕਰਨੀ ਆ ਤੇ ਉੱਥੇ ਆਪਾਂ ਇਹਨੂੰ 250 ml ਲੈ ਸਕਦੇ ਹਾਂ। ਸੋ ਇਸ ਤੋਂ ਅੱਗੇ ਪ੍ਰੋਡਕਟ ਹੈਗਾ ਆਪਣੇ ਕੋਲ ਐਗਰੀ ਪ੍ਰੋਟੈਕਟ ਵੀ, ਇੱਕ ਆਰਗੈਨਿਕ ਪ੍ਰੋਡਕਟ ਹੈ। ਇਹ ਐਗਰੀਕਲਚਰ ਦੇ ਅਰਕ ਔਰ ਵੇਸਟੇਜ ਜਾਂ ਫਿਰ ਸਮੁੰਦਰੀ ਸ਼ੈਵਾਲ ਤੋਂ ਤਿਆਰ ਹੋਇਆ ਆ। ਪਲਾਂਟਸ ਦੀ ਫਸਲ ਦੀ ਗਰੋਥ ਵਿੱਚ ਹੈਲਪ ਕਰਦਾ ਆ ਇਹ, ਤੇ ਕ੍ਰੌਪਸ ਦੀ ਕੁਆਲਿਟੀ ਕੁਆਂਟੀਟੀ ਨੂੰ ਵਿਦਆਊਟ ਡਿਸੀਜ਼ਸ ਇਹ ਵਧਾਉਂਦਾ ਆ। ਪਲਾਂਟਸ ਨੂੰ ਆਪਣੇ ਨੂੰ ਤੇ ਬਿਮਾਰੀਆਂ ਤੋਂ ਬਚਾ ਕੇ ਰੱਖਦਾ ਆ ਤੇ ਨਾਲ ਨਾਲ ਉਹਦੇ ਝਾੜ 'ਚ ਵੀ ਵਾਧਾ ਕਰਦਾ ਆ। ਕੀ ਕਰਦਾ ਹੈ ਕਿ ਪਲਾਂਟਸ ਦੀ ਇਮਿਊਨਿਟੀ ਨੂੰ ਸਟਰੋਂਗ ਕਰਦਾ ਆ। ਮਿੱਟੀ ਔਰ ਪਾਣੀ ਦੇ ਜਿਹੜੇ ਵਿਟਾਮਿਨਸ ਮਿਨਰਲਸ ਨੇ ਉਹਨਾਂ ਨੂੰ ਪਲਾਂਟ ਤੱਕ ਛੇਤੀ ਪਹੁੰਚਣ 'ਚ ਹੈਲਪ ਕਰਦਾ ਆ। ਜਿੱਦਾਂ ਕਿ ਇਹਨੂੰ ਆਪਾਂ ਬਿਮਾਰੀ ਆਉਣ ਤੋਂ ਪਹਿਲਾਂ ਯੂਜ਼ ਕਰਦੇ ਹਾਂ ਤੇ ਆਪਣੀ ਫਸਲ ਕਾਫੀ ਸਾਰੀਆਂ ਬਿਮਾਰੀਆਂ ਤੋਂ ਬਚੀ ਰਹਿੰਦੀ ਆ, ਔਰ ਅਗਰ ਬਿਮਾਰੀ ਆਈ ਤੇ ਵੀ ਆਪਾਂ ਇਹਨੂੰ ਯੂਜ਼ ਕਰਦੇ ਹਾਂ ਤੇ ਉਸ ਟਾਈਮ ਤੇ ਵੀ ਇਹ ਉਸ ਬਿਮਾਰੀ ਤੋਂ ਫਸਲ ਨੂੰ ਮੁਕਤ ਕਰਾਉਂਦਾ ਆ। ਬਰਾਊਨ ਲੀਵਸ ਜਿੱਦਾਂ ਸ਼ੀਟ ਫਲੈਟ ਹੋ ਗਏ, ਬਲਾਸਟ ਹੋ ਗਏ, ਇਹਨਾਂ ਚੀਜ਼ਾਂ ਤੋਂ ਇਹ ਰਿਕਵਰੀ ਕਰਦਾ ਆ। ਕਿ ਜਿੱਦਾਂ ਐਗਰੀ ਬਾਇਓਫੰਗੀਸਾਈਡ ਜੋ ਪੰਜਾਬ ਦੇ ਵਿੱਚ ਨਹੀਂ ਮਿਲ ਰਹੀ ਹੈਗੀ ਉਹਦੀ ਜਗ੍ਹਾ ਤੇ ਇਹ ਪ੍ਰੋਟੈਕਟ ਮਿਲ ਰਹੀ ਆ ਆਪਾਂ ਨੂੰ। ਸੋ ਉਸ ਜਗ੍ਹਾ ਤੇ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ। ਸੋ ਜ਼ਮੀਨ ਦੀ ਜਿਹੜੀ ਪ੍ਰੋਡਕਟਿਵਿਟੀ ਆ ਉਹਦੇ ਉਪਜਾਊਪਨ ਨੂੰ ਵਧਾਉਂਦਾ ਆ। ਪੋਲਿਊਸ਼ਨ ਫ੍ਰੀ ਪ੍ਰੋਡਕਟ ਹੈਗਾ ਇਹ ਐਨੀਮਲਸ ਹਿਊਮਨ ਬੋਡੀ ਲਈ ਤੇ ਵਾਤਾਵਰਨ ਲਈ ਕਿਸੇ ਲਈ ਵੀ ਇਹ ਨੁਕਸਾਨ ਨਹੀਂ ਕਰਦਾ ਕੋਈ ਵੀ। ਇਹਨੂੰ ਅਸੀਂ ਕਿਸੇ ਵੀ ਫਸਲ ਲਈ ਕਿਸੇ ਵੀ ਸਟੇਜ ਦੇ ਵਿੱਚ ਯੂਜ਼ ਕਰ ਸਕਦੇ ਹਾਂ। ਇਹਨੂੰ ਆਪਾਂ 15 ਲੀਟਰ ਪਾਣੀ ਦੇ ਵਿੱਚ 40 ਤੋਂ 45 ਗ੍ਰਾਮ ਮਿਲਾ ਕੇ ਸਪਰੇ ਕਰ ਸਕਦੇ ਹਾਂ। ਸੋ 15 ਲੀਟਰ ਪਾਣੀ ਦੇ ਯਾਨੀ ਕਿ ਖੇਤ ਦਾ ਕਹਿ ਸਕਦੇ ਆਪਾਂ 15 ਮਲਟੀਪਲਾਈ 5। ਸੋ ਇਸੇ ਹਿਸਾਬ ਨਾਲ ਆਪਾਂ ਇਹਨੂੰ ਯੂਜ਼ ਕਰ ਸਕਦੇ ਹਾਂ। ਸੋ ਇਹ ਸੀਗੇ ਆਪਣੇ ਐਗਰੀਕਲਚਰ ਦੇ ਪ੍ਰੋਡਕਟਸ। ਸੋ ਅਗਰ ਇਹਨਾਂ ਨੂੰ ਆਪਾਂ ਯੂਜ਼ ਕਰਦੇ ਹਾਂ ਤੇ ਆਪਾਂ ਖੁਦ ਤੇ ਬਿਮਾਰੀ ਰਹਿਤ ਰਵਾਂਗੇ ਹੀ ਰਵਾਂਗੇ, ਆਪਣੀ ਜ਼ਮੀਨ ਨੂੰ ਵੀ ਇਸ ਬਿਮਾਰੀ ਤੋਂ ਰਹਿਤ ਕਰ ਸਕਾਂਗੇ। ਬਿਕੋਜ਼ ਬਹੁਤ ਸਾਰੇ ਪਰਸਨ ਨਹੀਂ ਜਾਣਦੇ ਹੋਣਗੇ ਕਿ ਨਵਾਂਸ਼ਹਿਰ ਡਿਸਟ੍ਰਿਕਟ ਦੇ ਵਿੱਚ ਇੱਕ ਪਿੰਡ ਆ ਜਿੱਥੇ ਉਹਨੂੰ ਕੈਂਸਰ ਜ਼ਮੀਨ ਦੇ ਨਾਮ ਨਾਲ ਘੋਸ਼ਿਤ ਕੀਤਾ ਜਾ ਚੁੱਕਾ ਆ, ਜਿੱਥੇ ਫਸਲ ਉਗਾਉਣੀ ਜਿਹੜੀ ਆ ਉਹ ਕਾਨੂੰਨਨ ਜੁਰਮ ਹੋ ਚੁੱਕੀ ਆ ਕਿ ਉਸ ਜਗ੍ਹਾ ਨੂੰ ਸੀਲ ਕੀਤਾ ਗਿਆ ਹੈ ਕਿ ਉੱਥੇ ਫਸਲ ਨਹੀਂ ਉਗਾਉਣੀ, ਕਿਉਂਕਿ ਬਹੁਤ ਸਾਰੇ ਕੈਮੀਕਲ ਦੀ ਵਜ੍ਹਾ ਨਾਲ ਉਸ ਪਿੰਡ ਦੀ ਜ਼ਮੀਨ ਨੂੰ ਹੀ ਕੈਂਸਰ ਦਾ ਨਾਮ ਦਿੱਤਾ ਗਿਆ ਹੈ। ਸੋ ਅੱਜ ਇੱਕ ਹੈ, ਬਟ ਆਉਣ ਵਾਲੇ ਸਮੇਂ ਦੇ ਵਿੱਚ ਹੋਰ ਵੀ ਬਹੁਤ ਸਾਰੇ ਹੋ ਸਕਦਾ ਕਿ ਐਸੇ ਹਿਸਾਬ ਨਾਲ ਚੱਲਦੇ ਰਹੇ ਆਪਾਂ ਤੇ ਸ਼ਾਇਦ ਪੂਰਾ ਪੰਜਾਬ ਹੀ ਇਸ ਦੀ ਲਪੇਟ ਦੇ ਵਿੱਚ ਆ ਜਾਵੇ। ਸੋ ਜੇਕਰ ਅਸੀਂ ਖੁਦ ਇਸ ਚੀਜ਼ ਤੋਂ ਬਚਣਾ ਆ ਤੇ ਜਾਂ ਫਿਰ ਆਉਣ ਵਾਲੀ ਆਪਣੀ ਜਨਰੇਸ਼ਨ ਨੂੰ ਇਹਨਾਂ ਬਿਮਾਰੀਆਂ ਤੋਂ ਮੁਕਤ ਰੱਖਣਾ ਆ, ਸੋ ਸਾਨੂੰ ਇਹਦੇ ਲਈ ਆਪਣੀ ਖੇਤੀ ਨੂੰ ਆਰਗੈਨਿਕ ਕਰਨਾ ਹੀ ਪਏਗਾ। ਸੋ ਥੈਂਕ ਯੂ ਸੋ ਮਚ। ਮੇਰੇ ਕੋਲ ਜਿੰਨੀ ਕਿ ਨੌਲੇਜ ਸੀ ਮੈਂ ਤੁਹਾਡੇ ਨਾਲ ਸ਼ੇਅਰ ਕੀਤੀ ਆ। ਅੱਗੇ